जिस इंसान ने सारी उम्र पाला है यार, आप सोचो उस इंसान को सड़क पे छोड़ा हुआ है। अफसोस की बात है। ਤੁਸੀਂ ਇੱਥੇ ਕਿਉਂ ਇੰਨੀ 70-80 ਸਾਲ ਦੀ ਉਮਰ ਵਿੱਚ ਕਿਉਂ ਬੈਠੇ ਹੋ? कितने जाइए, ਸਾਰੇ ਕਿੱਥੇ ਹੈ? कोई घर नहीं है, सब कुछ छड़ दिता है, मर गया माँ प्यो सारे। ਬੱਚੇ, औलाद, बीवी, हाँ, सारे मर के खप गए। ਬੱਚੇ ਕਿੱਥੇ ਨੇ? ਬੱਚੇ ਆਪਣੇ ਆਪਣੇ ਘਰਾਂ 'ਚ, ਸਾਰਾ ਕੋਈ नहीं है। ਬੱਚਿਆਂ ਦਾ ਨਾਂ ਹੀ ना ਲਵੋ ਤੁਸੀਂ, तकलीफ होती है बड़ी, ਤੁਸੀਂ ना छेड़ो बस। बच्चों का कह रहे हैं, बच्चों की बात ही ना करो, तकलीफ होती है। होया कि बाबा जी? ਉਹ ਕਹਿੰਦੇ ਗੰਦ ਪਾਉਂਦੇ ਤੁਸੀਂ, ਇੱਥੇ ਥੁੱਕਦੇ ਹੋ ਆ ਕੇ, ਸਾਡੇ ਬੱਚੇ ਬਿਮਾਰ ਹੋ ਜਾਂਦੇ, ਕਿਧਰ ਹੋਰ ਚਲੇ ਜਾਓ। ਮੈਂ ਕਿਹਾ ਠੀਕ ਹੈ, ਚਲੇ ਜਾਂਦੇ। ਉਹ ਬੁੱਢੀਆਂ ਦੇ ਮਗਰ ਲੱਗ ਜਾਂਦੇ ਨਾ। ਬੁੱਢੀਆਂ ਦੇ ਮਗਰ ਲੱਗ ਕੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡਾ ਪਿਓ ਹੈ ਜਿਹਨੇ ਸਾਰੀ ਉਮਰ ਪਾਲਿਆ ਸਾਨੂੰ। ਇਹ ਹੁਣ ਉਹਨਾਂ ਨੂੰ ਪਤਾ ਹੋਵੇ। ਬਾਬਾ ਜੀ ਰਾਤ ਨੂੰ ਸੌਂਦੇ ਕਿੱਥੇ? ਇਹ ਖੰਭਿਆਂ ਦੇ ਵਿੱਚ। ਇਹ ਖੰਭੇ ਦੇ ਵਿੱਚ? हाँ। बारिश हो गई फिर? ਉਹ ਤਰਪਾਲ ਲਾਈ ਜੀ ਉੱਤੇ। अस्सलाम वालेकुम, मैं हूँ सैयद साइम अली और आप देख रहे हैं लीडर टीवी। मैं एक छोटी सी शॉप के ऊपर मौजूद हूँ जो कि चप्पल की है, और उसके ओनर जो हैं मौजूद हैं हमारे साथ बाबा जी। और बाबा जी की कहानी बड़ी दर्दनाक है, बड़ी, जिसपे आपको शायद के कई जो दिल रखने वाले लोग हैं वो रो भी पड़े। कहानी क्या है इनकी ज़ुबानी जानने की कोशिश करते हैं। बाबा जी अस्सलाम वालेकुम। वालेकुम सलाम। बाबा जी की ना है ਤੁਹਾਡਾ? ਮੇਰਾ ਇਫਤਖਾਰ। ਇਫਤਖਾਰ ਸਾਹਿਬ, ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਇੱਥੇ ਕਿਉਂ ਇੰਨੀ 70-80 ਸਾਲ ਦੀ ਉਮਰ ਵਿੱਚ ਕਿਉਂ ਬੈਠੇ ਹੋ? ਕਿੱਥੇ ਜਾਈਏ, ਦੱਸੋ। ਸਾਰੇ ਕਿੱਥੇ ਹੈ? ਕੋਈ ਘਰ ਨਹੀਂ ਹੈ, ਸਭ ਕੁਝ ਛੱਡ ਦਿੱਤਾ ਹੈ, ਮਰ ਗਿਆ ਮਾਂ ਪਿਓ ਸਾਰੇ। ਬੱਚੇ, औलाद, बीवी, ਆਹ ਸਾਰੇ ਮਰ ਕੇ ਖਪ ਗਏ। ਬੱਚੇ ਕਿੱਥੇ ਨੇ? ਬੱਚੇ ਆਪਣੇ ਆਪਣੇ ਘਰਾਂ 'ਚ। ਤੇ ਬੱਚੇ ਤੁਸੀਂ ਸਾਰੀ ਉਮਰ ਪਾਲੇ ਨੇ? ਸਾਰਾ ਕੋਈ नहीं है। ਬੱਚਿਆਂ ਦਾ ਨਾਂ ਹੀ ਨਾ ਲਵੋ ਤੁਸੀਂ। क्यों गुस्सा हो बच्चों को? तकलीफ होती है बड़ी जी, तकलीफ होती है बड़ी। बच्चों का कह रहे हैं, बच्चों की बात ही ना करो, तकलीफ होती है। होया कि बाबा जी क्यों ਤੁਹਾਨੂੰ? बाबा जी तकलीफ है मैंने बड़ी होती पई है, ਤੁਸੀਂ ना छेड़ो बस। हालांकि लोग कहने इनके नहीं छड्डो ਤੁਸੀਂ ਸਾਰੀਆਂ। ਦੱਸੋ ਨਾ ਕੀ ਵਜ੍ਹਾ ਹੋਈ, ਅਸੀਂ ਜਾਨਣਾ ਚਾਹ ਰਹੇ ਕਿ ਉਹ ਕਹਿੰਦੇ ਗੰਦ ਪਾਉਂਦੇ ਹੋ ਤੁਸੀਂ, ਇੱਥੇ ਥੁੱਕਦੇ ਹੋ ਆ ਕੇ, ਸਾਡੇ ਬੱਚੇ ਬਿਮਾਰ ਹੋ ਜਾਂਦੇ, ਕਿਧਰ ਹੋਰ ਚਲੇ ਜਾਓ। ਅੱਛਾ, ਪੁੱਤਰ ਕਹਿੰਦਾ ਹੈ ਕਿ ਇੱਥੇ ਸੌਂਦੇ ਹੋ ਤੇ ਬੱਚੇ ਬਿਮਾਰ ਹੁੰਦੇ? ਅਗੋ ਬੁੜੀਆਂ ਕਹਿੰਦੀਆਂ ਉਹਨਾਂ ਦੀ ਬੁੱਢੀਆਂ? ਹਾਂ, ਇਹ ਤੁਸੀਂ ਕਿਧਰ ਹੋਰ ਚਲੇ ਜਾਓ, ਸਾਨੂੰ ਸਾਡੇ ਬੱਚੇ ਬਿਮਾਰ ਨਾ ਹੋਣ। ਮੈਂ ਕਿਹਾ ਠੀਕ ਹੈ, ਚਲੇ ਜਾਂਦੇ। ਤੇ ਤੁਹਾਡੇ ਮੁੰਡੇ ਨਹੀਂ, ਤੁਹਾਡੇ ਮੁੰਡੇ ਕੀ ਕਹਿੰਦੇ? ਨਾਲੇ ਮੈਂ ਕੀ ਜਾਣਾ ਵਾ, ਮੈਂ ਤਾਂ ਕਦੀ ਕਦੀ ਜਾਣਾ ਵਾ। ਮੈਂ ਕਦੀ ਦਿਲ ਕੀਤਾ ਚਲੇ ਗਏ, ਉਹ ਵੀ ਮੈਂ ਆ ਜਾਣਾ। ਫਾਇਦਾ ਹੀ ਕੋਈ। ਤੇ ਬੱਚੇ ਤੁਹਾਡੇ ਮੈਂ ਸੁਣੇ ਕਿ ਇੱਥੇ ਆਂਦੇ ਜਾਂਦੇ ਵੀ ਹਨ? ਉਹ ਆਉਂਦੇ ਜਾਂਦੇ ਵੀ, ਲੇਕਿਨ ਕੀ ਫਾਇਦਾ ਹੈ, ਮੇਰਾ ਕੋਈ ਤਲਕ ਨਹੀਂ ਉਹਨਾਂ ਨਾਲ। ਤੁਹਾਨੂੰ ਮਿਲਦੇ ਨੇ ਕਿ ਨਹੀਂ? ਹਾਂ, ਨਹੀਂ ਮਿਲਦੇ। ਮਤਲਬ ਇੱਥੋਂ ਗੁਜ਼ਰ ਕੇ ਚਲੇ ਜਾਂਦੇ? ਹਾਂ, ਚਲੇ ਜਾਂਦੇ। ਆਪਣੇ ਵਾਲਿਦ ਨੂੰ ਇੰਜ ਰੋਡ ਤੇ ਸੜਕ ਤੇ ਬੈਠੇ ਦੇਖਦੇ ਨੇ? ਚਲੇ ਜਾਂਦੇ। ਤੇ ਬਾਬਾ ਜੀ ਦੁੱਖ ਨਹੀਂ ਲੱਗਦਾ ਕਿ ਸਾਰੀ ਉਮਰ ਤੁਸੀਂ ਮਿਹਨਤਾਂ ਕੀ? ਕਿਹਨੂੰ ਦੱਸੀਏ, ਕਿਹਨੂੰ ਦੱਸੀਏ, ਤੋ ਕੋਈ ਸੁਣਨ ਵਾਲਾ ਨਹੀਂ ਹੈ। ਤੇ ਤੁਸੀਂ ਐਸੀ ਔਲਾਦ ਦੇ ਖਿਲਾਫ ਕੰਪਲੇਨ ਕਿਉਂ ਨਹੀਂ ਕੀਤੀ? ਨਹੀਂ, ਕੋਈ ਨਹੀਂ ਕਰਨ ਦੀ ਲੋੜ ਸਾਨੂੰ, ਕੋਈ ਨਹੀਂ। ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਨਾ ਕਿ ਸਾਰੀ ਉਮਰ ਤੁਸੀਂ ਉਹਨਾਂ ਦੀ ਖਾਤਰ ਮਿਹਨਤਾਂ ਕੀਤੀਆਂ, ਇਹ ਤੁਹਾਨੂੰ ਰੋਡ ਜੁੱਤੀਆਂ ਦਰਕਾਰ ਗਏ। ਹੁਣ ਤੁਹਾਨੂੰ ਪਤਾ ਵੀ ਸਾਰੀ ਉਮਰ ਤੁਸੀਂ ਉਹਨਾਂ ਦੀ ਖਾਤਰ ਮਿਹਨਤ। ਨਜ਼ਰ ਵੀ ਘੱਟ ਆਉਂਦਾ ਹੈ। ਤੇ ਨਜ਼ਰ ਘੱਟ ਆ? ਹਾਂ, ਨਜ਼ਰ। ਤੇ ਬਾਬਾ ਜੀ ਰਾਤ ਨੂੰ ਸੌਂਦੇ ਕਿੱਥੇ ਹੋ? ਇਹ ਵੇਖੋ ਮੇਰੇ ਤਰ੍ਹਾਂ ਇਹ ਖੰਭਿਆਂ ਦੇ ਵਿੱਚ। ਇਹ ਕਮਰਿਆਂ ਦੇ ਵਿੱਚ? ਇਹ ਖੰਭੇ ਜਿਹੜੀ, ਇਹ ਖੰਭੇ ਦੇ ਵਿੱਚ? ਹਾਂ, ਅੱਗੇ ਜੰਗ ਨਹੀਂ, ਖੰਭਿਆਂ ਦੇ ਵਿੱਚ। ਤੇ ਬਾਰਿਸ਼ ਹੋ ਗਈ ਫਿਰ? ਉਹ ਤਰਪਾਲ ਲਾਈ ਜੀ ਉੱਤੇ। ਮਤਲਬ ਸੜਕਾਂ ਤੇ? ਹਾਂ, ਤਰਪਾਲ। ਜਿਹੜੇ ਘਰ ਦੇ ਵਿੱਚ ਬਾਬਾ ਜੀ ਤੁਸੀਂ ਰਹਿੰਦੇ ਸੀ, ਉਹ ਤੁਹਾਡਾ ਸੀ ਕਿ ਬੱਚਿਆਂ ਦਾ? ਉਹ ਉਹਨਾਂ ਦਾ, ਸਾਡਾ ਨਹੀਂ ਹੈ ਕੁਛ। ਤੁਸੀਂ ਆਪਣਾ ਬਣਾਇਆ ਸੀ? ਉਹ ਹੈ ਸੀ ਛੋਟਾ ਜਿਹਾ, ਦੇ ਦਿੱਤਾ ਬਸ ਬੱਚਿਆਂ ਨੂੰ? ਹਾਂ, ਜਾਓ ਜੀ। ਤੇ ਜੋ ਨਾ ਬੱਚਿਆਂ ਨੇ ਤੁਹਾਨੂੰ ਘਰੋਂ ਬਾਹਰ ਕੱਢਤਾ? ਉਹ ਕਹਿੰਦੇ ਗੰਦ ਪਾਉਂਦੇ ਆ ਤੁਸੀਂ। ਕੀ ਗੰਦ ਪਾਉਂਦੇ ਹੋ? ਅਸਤਗਫੁਰ, ਕੌਣ ਕਹਿੰਦਾ? ਬੁੱਢੀਆਂ ਕਹਿੰਦੀਆਂ। ਅਸੀਂ ਕਿਹਾ ਚਲੇ ਜਾਣੇ ਆ ਤੂੰ। ਤੇ ਇਹ ਬੁੱਢੀਆਂ ਤੁਸੀਂ ਖੁਦ ਹੀ ਕਰਾਈਆਂ ਸਨ ਨਾ ਕੁੜੀਆਂ? ਵਿਆਹ ਤੁਸੀਂ ਕਰਾਇਆ ਸੀ? ਹਾਂ, ਉਹ ਨਹੀਂ ਨਾ ਸਮਝਦੇ ਨਾ ਕੀ ਗੱਲ। ਤੇ ਅਸੀਂ ਤੁਹਾਡੇ ਨਾਲ ਹੈ? ਹਾਂ, ਸਾਡੇ ਅੱਜ ਕੱਲ੍ਹ ਨਹੀਂ ਕੋਈ ਸਮਝਦਾ। ਬਾਬਾ ਜੀ ਇੰਨੀ ਮਿਹਨਤ ਕੀਤੀ, ਇੰਨੀ ਮਿਹਨਤ ਤੁਸੀਂ ਕਰਕੇ ਪਾਲੇ, ਕੀ ਕੋਈ ਫਾਇਦਾ ਨਹੀਂ, ਕੋਈ ਫਾਇਦਾ ਨਹੀਂ ਹੈ। ਬਸ ਆਪਣਾ ਕਮਾ ਲਈਦਾ, ਖਾ ਲਈਦਾ। ਔਲਾਦ ਹੀ ਗੰਦੀ ਨਿਕਲ ਆਏ ਤਾਂ ਬੰਦਾ ਕੀ ਕਰੇ? ਉਹ ਬੁੱਢੀਆਂ ਦੇ ਮਗਰ ਲੱਗ ਜਾਂਦੇ ਨਾ। ਤੇ ਬੁੱਢੀਆਂ ਦੇ ਮਗਰ ਲੱਗ ਕੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡਾ ਪਿਓ ਹੈ ਜਿਹਨੇ ਸਾਰੀ ਉਮਰ ਪਾਲਿਆ ਸਾਨੂੰ। ਇਹ ਹੁਣ ਉਹਨਾਂ ਨੂੰ ਪਤਾ ਹੋਵੇ। ਸਾਨੂੰ ਤਾਂ ਮੁਸੀਬਤ ਹੈ ਨਾ, ਅਸੀਂ ਆਪਣਾ ਕਮਾਉਂਦੇ ਹਾਂ। ਬਾਬਾ ਜੀ ਬਿਮਾਰ ਹੋ ਜਾਓ, ਕੌਣ ਲੈਂਦਾ ਹੈ, ਕੌਣ ਕੀ ਕਰਦਾ ਹੈ? ਜਿਹੜੇ ਕੋਈ 4 ਪੈਸੇ ਕੋਲ ਹੁੰਦੇ ਨੇ ਉੱਤੇ ਲਾ ਵੀ ਦੇ। ਕੋਈ ਜਿਹੜੇ ਹੁੰਦੇ ਨੇ ਉਹੀ ਕਰਦੇ। ਹਾਂ। ਤੇ ਕਾਰੋਬਾਰ ਕਿਸ ਤਰ੍ਹਾਂ ਸਟਾਰਟ ਕੀਤਾ? ਕੰਮ ਸਟਾਰਟ ਨਹੀਂ ਕੀਤਾ, ਬਸ ਦੇਖੋ ਦੇਖੀ।
मैं कहना काम तो अफसोस की गल है। कमाई कोई काम करो जी रोटी लग जाए बस उन्हें रोटी चाहिए रोटी लग जाए बस ठीक है ਤੇ ਰੋਟੀ ਵਾਸ਼ਰੂਮ ਵਗੈਰਾ ਕਿੱਥੇ ਜਾਂਦੇ ਬਾਬਾ ਜੀ? वो लैटरिन वो भी पैसे दे के? आहो अच्छा, आप हालात ये देखें, बाबा जी जो हैं तकरीबन 80 साल इनकी उम्र है और सारी उम्र इन्होंने अपनी औलाद को पाला, उनकी शादियां करवाई, उनके रिश्ते करवाए, सब कुछ उनके लिए किया, लेकिन आज बाबा जी सड़क के ऊपर, किनारे के ऊपर हैं और बाबा जी ये कह रहे हैं कि यार ना छेड़ो, मेरे दिल दे मामलातां नूं ना छेड़ो। तो आप ये समझ सकते हैं कि इस शख्स के दिल के अंदर कितना दुख और कितना तूफान होगा। और अगर हालात आप देखें इनकी औलाद की, उन्हें शर्म का मैं क्या लफ्ज़ उनके लिए इस्तेमाल करूं। मुझे तो अफसोस हो रहा है कि मैं एक ऐसे शख्स के पास बैठा हूं जिसकी औलाद उसको सड़क के ऊपर देखकर पास से गुजर जाती है। अफसोस है, मैं इस के ऊपर और कमेंट नहीं कर पाऊंगा क्योंकि मुझे खुद अफसोस हो रहा है कि जिस इंसान ने सारी उम्र पाला है, यार आप सोचो उस इंसान को सड़क पे छोड़ा हुआ है। अफसोस की बात है। अपनी राय ज़रूर दीजिएगा। अल्लाह हाफिज़।